ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਡੂੰਘੀਆਂ ਸਿਖਰਾਂ ਭਾਗ 20ਵਾਂ ਲੰਮੇ ਇਤਿਹਾਸ ਦੀ ਸੰਖੇਪ ਕਹਾਣੀ। ਪਰਿਵਰਤਨ ਲਈ ਤਾਂਘਣਾ ਮਨੁੱਖ ਦਾ ਬੁਨਿਆਦੀ ਸੁਭਾਅ ਹੈ। ਇਸ ਤਾਂਘ ਵਿੱਚ ਵਿਕਾਸ ਦੀ ਉਮੰਗ ਹੁੰਦੀ ਹੈ। ਮਨੁੱਖ ਲੜਦਾ ਹੈ ਤਾਂ ਕਿ ਸ਼ਾਂਤੀ ਨਾਲ ਰਹਿ ਸਕੇ, ਦੁੱਖ ਸਹਿੰਦਾ ਹੈ ਤਾਂ ਕਿ ਸੁੱਖ ਮਾਣ ਸਕੇ, ਦੂਜਿਆਂ ਨਾਲ ਰਲ ਕੇ ਰਹਿੰਦਾ ਹੈ ਤਾਂ ਕਿ ਸ਼ਾਂਤ ਮਨ ਨਾਲ ਇਕੱਲਿਆਂ ਮਰ ਸਕੇ। ਮਨੁੱਖ ਇੱਕ ਹੀ ਸਥਿਤੀ ਵਿੱਚ ਨਿਰੰਤਰ ਰਹਿਣਾ ਪਸੰਦ ਨਹੀਂ ਕਰਦਾ ਅਤੇ ਨਾ ਹੀ ਕੋਈ ਇੱਕ ਸਥਿਤੀ ਸਦਾ ਰਹਿੰਦੀ ਹੈ। ਜੇ ਮਨੁੱਖ ਯੁੱਧ ਵਿੱਚ ਸ਼ਾਂਤੀ ਲਈ ਤਾਂਘਦਾ ਹੈ ਤਾਂ ਸ਼ਾਂਤੀ ਦੌਰਾਨ ਯੁੱਧ ਦੀ ਤਿਆਰੀ ਵੀ ਕਰਦਾ ਹੈ। ਮਨੁੱਖ ਦਾ ਅਜਿਹਾ ਸੁਭਾਅ ਕੁਦਰਤ ਨੇ ਨਿਰਧਾਰਿਤ ਕੀਤਾ ਹੈ, ਜਿਹੜੀ ਆਪ ਹਰ ਪਲ ਬਦਲਦੀ ਹੋਈ ਬ੍ਰਹਿਮੰਡ ਵਿਚਲੇ ਹਰੇਕ ਕਿਣਕੇ ਨੂੰ ਵੀ ਨਿਰੰਤਰ ਬਦਲਦੀ ਹੈ। ਕੇਵਲ ਮਨੁੱਖ ਹੀ ਸਮਝਦਾ ਹੈ ਕਿ ਪਰਿਵਰਤਨ ਕਿਵੇਂ ਵਾਪਰਦਾ ਹੈ। ਪਰਿਵਰਤਨ ਨੂੰ ਸਮਝਣ ਲਈ ਸਮੇਂ ਦੀ ਸਮਝ ਜ਼ਰੂਰੀ ਹੈ। ਘੁੰਮਣ ਵਾਲੇ ਸਮੇਂ ਨੂੰ ਕਾਲ ਚੱਕਰ ਕਿਹਾ ਜਾਂਦਾ ਹੈ, ਜਦੋਂ ਕਿ ਲਕੀਰੀ ਸਮੇਂ ਦੀ ਸਮਝ ਨੂੰ ਇਤਿਹਾਸ ਕਹਿੰਦੇ ਹਨ। ਸਾਡੇ ਕੋਲ ਕਾਲ ਚੱਕਰ ਦਾ ਸੰਕਲਪ ਸੀ, ਸੋ ਸਾਡੇ ਦੇਸ਼ ਵਿੱਚ 7ਵੀਂ ਸਦੀ ਜਾਂ 13ਵੀਂ ਸਦੀ ਵਿਚਕਾਰ ਕੋਈ ਅੰਤਰ ਪ੍ਰਤੀਤ ਨਹੀਂ ਹੁੰਦਾ। ਭਾਰਤ ਵਿੱਚ ਇਤਿਹਾਸ ਦਾ ਸੰਕਲਪ ਅੰਗਰੇਜ਼ ਲੈ ਕੇ ਆਏ, ਕਿਉਂਕਿ ਉਹਨਾਂ ਕੋਲ ਸਮੇਂ ਦਾ ਲਕੀਰੀ ਸੰਕਲਪ ਸੀ। ਘਟਨਾਵਾਂ ਵਾਪਰਨ ਉਪਰੰਤ ਅਕਸਰ ਇਵੇਂ ਲੱਗਦਾ ਹੈ ਕਿ ਇਵੇਂ ਹੀ ਵਾਪਰਨਾ ਸੀ, ਪਰ ਜੋ ਕੁਝ ਵੀ ਵਾਪਰਦਾ ਹੈ ਉਸ ਪਿੱਛੇ ਕੁਝ ਸਿਧਾਂਤ ਅਤੇ ਨੇਮ ਕਾਰਜਸ਼ੀਲ ਹੁੰਦੇ ਹਨ। ਜਿਵੇਂ ਕਿਸੇ ਭਾਸ਼ਾ ਦੀ ਸਮਝ ਨਾਲ ਵਿਆਕਰਣ ਸਿਰਜੀ ਜਾਂਦੀ ਹੈ, ਉਵੇਂ ਹੀ ਅਤੀਤ ਦੀ ਸਮਝ ਨਾਲ ਅਸੀਂ ਘਟਨਾਵਾਂ ਦੇ ਵਾਪਰਨ ਦੇ ਨੇਮ ਜਾਣਦੇ ਹਾਂ। ਅਰਥਾਤ ਅਸੀਂ ਸਮੇਂ ਦੀ ਵਿਆਕਰਣ ਸਮਝਦੇ ਹਾਂ ਅਤੇ ਇਸ ਸਮਝ ਨਾਲ ਅਸੀਂ ਆਪਣਾ ਭਵਿੱਖ ਸਿਰਜਦੇ ਹਾਂ। ਨਹੀਂ ਤਾਂ ਮਨੁੱਖ ਨੂੰ ਅਤੀਤ ਵਾਲੀਆਂ ਮੁਸੀਬਤਾਂ ਦਾ ਮੁੜ ਸਾਹਮਣਾ ਕਰਨਾ ਪੈਂਦਾ ਹੈ। ਮਨੁੱਖ ਉਹਨਾਂ ਮੁਸ਼ਕਲਾਂ ਨੂੰ ਹੀ ਬਰਦਾਸ਼ਤ ਕਰਦਾ ਹੈ ਜਿਨ੍ਹਾਂ ਤੋਂ ਬਚਣ ਦਾ ਉਸ ਕੋਲ ਕੋਈ ਰਾਹ ਨਹੀਂ ਹੁੰਦਾ। ਮਨੁੱਖ ਕੋਲ ਤਰਕ ਅਤੇ ਸੋਚ ਦੀ ਯੋਗਤਾ ਹੈ, ਸੋ ਮੁਸ਼ਕਲਾਂ ਵਿੱਚੋਂ ਰਾਹ ਲੱਭਣਾ ਉਸਦਾ ਖਾਸਾ ਹੈ। ਮਨੁੱਖ ਦੇ ਸੁਭਾਅ, ਸੋਚ ਅਤੇ ਸੂਝ ਨੂੰ ਬਦਲਣ ਦੇ ਪੱਖੋਂ ਪੜਾਅ ਦਾ ਕਈ ਹੋਏ ਹਨ। ਹਰ ਪਿਛਲੇ ਲਗਭਗ 10,000 ਸਾਲਾਂ ਵਿੱਚ ਮਨੁੱਖ 3 ਵੱਡੇ ਯੁੱਗਾਂ ਵਿੱਚੋਂ ਲੰਘਿਆ ਹੈ। ਸ਼ਿਕਾਰ ਯੁੱਗ, ਖੇਤੀਬਾੜੀ ਯੁੱਗ ਅਤੇ ਉਦਯੋਗਿਕ ਯੁੱਗ ਨੇ ਮਨੁੱਖ ਵੱਲੋਂ ਸੰਸਾਰ ਨੂੰ ਨਿਰਖਣ, ਪਰਖਣ, ਸਮਝਣ ਅਤੇ ਸਮਝਾਉਣ ਦੇ ਢੰਗਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਯੁੱਗ 3 ਕਿਉਂ ਹੋਏ ਹਨ, 2 ਜਾਂ 4 ਕਿਉਂ ਨਹੀਂ ਹੋਏ? ਉੱਤਰ ਇਹ ਹੈ ਕਿ ਹਰ ਨਵਾਂ ਯੁੱਗ ਬਲ ਜਾਂ ਊਰਜਾ ਦੇ ਨਵੇਂ ਸਰੋਤ ਨਾਲ ਹੀ ਹੋਂਦ ਵਿੱਚ ਆਉਂਦਾ ਹੈ। ਸ਼ਿਕਾਰ ਯੁੱਗ ਵਿੱਚ ਮਨੁੱਖ ਕੋਲ ਕੇਵਲ ਆਪਣਾ ਸਰੀਰਕ ਬਲ ਹੀ ਸੀ। ਖੇਤੀਬਾੜੀ ਯੁੱਗ ਤਾਂ ਹੀ ਆਇਆ ਜਦੋਂ ਮਨੁੱਖ ਨੇ ਆਪਣੇ ਸਰੀਰਕ ਬਲ ਨਾਲ ਪਸ਼ੂ ਵੱਲ ਵੀ ਵਰਤਣਾ ਆਰੰਭਿਕ, ਅਤੇ ਉਦਯੋਗਿਕ ਯੁੱਗ ਤਾਂ ਹੀ ਸੰਭਵ ਹੋਇਆ ਜਦੋਂ ਸਰੀਰਕ ਬਲ ਅਤੇ ਪਸ਼ੂ ਬਲ ਨਾਲ ਉਸਦੇ ਮਸ਼ੀਨੀ ਬਲ ਵਰਤਣ ਦੀ ਯੋਗਤਾ ਉਪਜਾਈ। ਸੂਰਜੀ ਊਰਜਾ ਦੇ ਬਲ ਦੀ ਸੰਭਾਵਨੀ ਵਰਤੋਂ ਨਾਲ ਮਨੁੱਖ ਵਿਕਾਸ ਦੇ ਚੌਥੇ ਯੁੱਗ ਦੀਆਂ ਬਰੂਹਾਂ ਤੇ ਖਲੋਤਾ ਹੈ, ਜਿਸ ਵਿੱਚ ਅਸੀਂ ਲਗਭਗ 1 ਸਦੀ ਵਿੱਚ ਪ੍ਰਵੇਸ਼ ਕਰ ਜਾਵਾਂਗੇ। ਮਨੁੱਖ ਆਪਣਾ ਜੀਵਨ ਗਿਣਦਾ ਭਾਵੇਂ ਸਾਲਾਂ ਵਿੱਚ ਹੈ, ਪਰ ਜਿਉਂਦਾ ਦਿਨਾਂ ਵਿੱਚ ਹੈ। ਮਨੁੱਖ ਨੇ ਲਗਭਗ ਹਰ ਰੋਜ਼ ਘਰੋਂ ਜਾ ਕੇ ਸ਼ਾਮ ਨੂੰ ਵਾਪਸ ਮੁੜਨਾ ਹੁੰਦਾ ਹੈ। ਕੇਵਲ ਸਰੀਰਕ ਬਲ ਨਾਲ ਪੈਦਲ ਚੱਲਣ ਕਾਰਨ ਸ਼ਿਕਾਰ ਯੁੱਗ ਵਿੱਚ ਮਨੁੱਖ ਦਾ ਜੀਵਨ 8-10 ਮੀਲ ਦੇ ਅਨੁਭਵ ਘੇਰੇ ਵਿੱਚ ਗੁਜ਼ਰਦਾ ਸੀ। ਖੇਤੀਬਾੜੀ ਯੁੱਗ ਵਿੱਚ ਘੋੜੇ ਦੀ ਸਵਾਰੀ ਨਾਲ ਉਸ ਦਾ ਅਨੁਭਵ ਘੇਰਾ 30-40 ਮੀਲ ਹੋ ਗਿਆ ਅਤੇ ਉਦਯੋਗਿਕ ਯੁੱਗ ਵਿੱਚ ਬਾਣਾਂ ਅਤੇ ਜਹਾਜ਼ਾਂ ਨਾਲ ਮਨੁੱਖ ਦਾ ਅਨੁਭਵ ਘੇਰਾ ਵਿਸ਼ਵ ਵਿਆਪੀ ਹੋ ਗਿਆ, ਕਿਉਂਕਿ ਹੁਣ ਧਰਤੀ ਦੀ ਹਰੇਕ ਥਾਂ 'ਤੇ ਇੱਕ ਹੀ ਦਿਨ ਵਿੱਚ
ਲਗਭਗ 16 ਘੰਟਿਆਂ ਵਿੱਚ ਅੱਪੜਿਆ ਜਾ ਸਕਦਾ ਹੈ। ਸ਼ਿਕਾਰ ਯੁੱਗ ਵਿੱਚ ਮਿਥਿਹਾਸ ਅਤੇ ਅੰਧ ਵਿਸ਼ਵਾਸ ਹੀ ਗਿਆਨ ਸਨ। ਖੇਤੀਬਾੜੀ ਯੁੱਗ ਵਿੱਚ ਧਰਮ ਅਤੇ ਆਦਰਸ਼ਵਾਦ ਗਿਆਨ ਤੇ ਆਧਾਰ ਬਣੇ ਅਤੇ ਉਦਯੋਗਿਕ ਯੁੱਗ ਵਿੱਚ ਵਿਗਿਆਨ ਅਤੇ ਯਥਾਰਥਵਾਦ ਦਾ ਬੋਲਬਾਲਾ ਹੈ। ਸ਼ਿਕਾਰ ਯੁੱਗ ਵਿੱਚ ਕੇਵਲ ਦੇਵਤੇ ਦਾ ਸੰਕਲਪ ਸੀ ਅਤੇ ਹਰੇਕ ਵਸਤੂ ਲਈ ਇੱਕ ਹੀ ਸ਼ਬਦ ਸੀ। ਖੇਤੀ ਯੁੱਗ ਵਿੱਚ ਦੇਵਤੇ ਨਾਲ ਦੈਂਤ ਦਾ, ਪੁੰਨ ਨਾਲ ਪਾਪ ਦਾ, ਦੁੱਖ ਨਾਲ ਸੁੱਖ ਦਾ ਸੰਕਲਪ ਉਪਜਿਆ ਅਤੇ ਹਰ ਸ਼ਬਦ ਦਾ ਵਿਰੋਧੀ ਸ਼ਬਦ ਉਪਜਣ ਨਾਲ ਸ਼ਬਦ ਭੰਡਾਰ ਦੁੱਗਣਾ ਹੋ ਗਿਆ। ਉਦਯੋਗਿਕ ਯੁੱਗ ਵਿੱਚ ਊਰਜਾ ਦੇ ਸਰੋਤ 3 ਹੋਣ ਕਰਕੇ ਹਰੇਕ ਗੱਲ ਦੇ 3 ਪੱਖ ਉਪਜੇ ਹਨ, ਜਿਵੇਂ ਕਾਲਾ ਗੋਰਾ, ਕਣਕ ਬੰਨਾ, ਲੰਮਾ ਪੱਧਰਾ, ਦਰਮਿਆਨਾ, ਅਮੀਰ ਗਰੀਬ, ਮੱਧ ਵਰਗੀ। ਇਵੇਂ ਮਨੁੱਖੀ ਅਨੁਭਵ ਦੇ ਵਿਸ਼ਾਲ ਹੋਣ ਨਾਲ ਸ਼ਬਦ ਭੰਡਾਰ ਵੀ ਹੋਰ ਵਿਸ਼ਾਲ ਹੋਇਆ ਹੈ। ਜਿਓਮੈਟਰੀ ਦੀ ਭਾਸ਼ਾ ਵਿੱਚ ਦੱਸਣਾ ਹੋਵੇ ਤਾਂ ਸ਼ਿਕਾਰ ਯੁੱਗ ਵਿੱਚ ਸਾਡੇ ਕੋਲ ਬਿੰਦੂ ਹੀ ਸੀ। ਖੇਤੀਬਾੜੀ ਯੁੱਗ ਵਿੱਚ 2 ਬਿੰਦੂਆਂ ਵਿਚਕਾਰ ਲਕੀਰ ਉਪਜੀ ਅਤੇ ਉਦਯੋਗਿਕ ਯੁੱਗ ਵਿੱਚ 3 ਬਿੰਦੂਆਂ ਵਾਲੀ ਤ੍ਰਿਕੋਣ ਉਪਜੀ। ਸ਼ਿਕਾਰ ਯੁੱਗ ਵਿੱਚ ਨਾਇਕ ਜਾਂ ਦੇਵਤੇ ਦਾ ਸੰਕਲਪ ਸੀ। ਖੇਤੀਬਾੜੀ ਯੁੱਗ ਵਿੱਚ ਦੈਂਤ ਅਤੇ ਖਲਨਾਇਕ ਦਾ ਸੰਕਲਪ ਅਤੇ ਉਦਯੋਗਿਕ ਯੁੱਗ ਵਿੱਚ ਨਾਇਕ, ਨਾਇਕਾ ਅਤੇ ਖਲਨਾਇਕ ਦੀ ਤ੍ਰਿਕੋਣ ਉਪਜੀ ਹੈ। ਰਿਸ਼ਤਿਆਂ ਦੀ ਤ੍ਰਿਕੋਣ ਉਦਯੋਗਿਕ ਯੁੱਗ ਦਾ ਖਾਸਾ ਹੈ ਅਤੇ ਰਿਸ਼ਤਿਆਂ ਦੀ ਚੌਪੜ ਅਗਲੇਰੇ ਯੁੱਗ ਦੀ ਪਛਾਣ ਬਣੇਗੀ। ਪਹਿਲੇ ਯੁੱਗ ਵਿੱਚ ਸੰਚਾਰ ਮੌਖਿਕ ਸੀ। ਦੂਜੇ ਯੁੱਗ ਵਿੱਚ ਮੌਖਿਕ ਨਾਲ ਲਿਖਤੀ ਸੰਚਾਰ ਸੰਭਵ ਹੋਇਆ ਅਤੇ ਅਜੋਕੇ ਯੁੱਗ ਵਿੱਚ ਮੌਖਿਕ, ਲਿਖਤੀ ਅਤੇ ਛਪਿਆ ਸੰਚਾਰ ਹੈ। ਪ੍ਰਦਰਸ਼ਿਤ ਸੰਚਾਰ ਕੰਪਿਊਟਰ ਸਕਰੀਨ ਉੱਤੇ ਅਗਲੇਰੇ ਯੁੱਗ ਦਾ ਸੰਚਾਰ ਹੋਵੇਗਾ। ਸ਼ਿਕਾਰ ਕਰਨਾ ਸ਼ਿਕਾਰ ਯੁੱਗ ਦਾ ਧੰਦਾ ਸੀ, ਜਿਹੜਾ ਖੇਤੀਬਾੜੀ ਯੁੱਗ ਦਾ ਮਨੋਰੰਜਨ ਬਣਿਆ ਅਤੇ ਸ਼ਿਕਾਰੀਆਂ ਦਾ ਛਾਲ ਮਾਰਨਾ, ਦੌੜਨਾ, ਟੱਪਣਾ, ਤੀਰ ਚਲਾਉਣਾ, ਨੇਜਾ ਮਾਰਨਾ ਉਦਯੋਗਿਕ ਯੁੱਗ ਦੀਆਂ ਖੇਡਾਂ ਹਨ। ਜਦੋਂ ਤੱਕ ਕੁਝ ਬੁਨਿਆਦੀ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਕੋਈ ਵੀ ਯੁੱਗ ਨਹੀਂ ਬਦਲਦਾ। ਮਨੁੱਖ ਸੋਚਣ ਅਤੇ ਸੰਦਾਂ ਦਾ ਨਿਰਮਾਣ ਕਰਨ ਵਾਲਾ ਜੀਵ ਹੈ। ਸੋਚਣਾ ਅਤੇ ਹੱਥਾਂ ਨੂੰ ਸੰਦਾਂ ਵਜੋਂ ਵਰਤਣਾ ਅਤੇ ਹੋਰ ਸੰਦ ਬਣਾਉਣਾ ਮਨੁੱਖ ਦੀਆਂ ਵੱਡੀਆਂ ਯੋਗਤਾਵਾਂ ਹਨ। ਸੋਚਣ ਨਾਲ ਮਨੁੱਖ ਨੂੰ ਕਾਰਨ-ਕਾਰਜ ਦੇ ਸੰਬੰਧਾਂ ਦਾ ਪਤਾ ਲੱਗਿਆ। ਲੱਕੜ ਅਤੇ ਅੱਗ, ਬੱਦਲ ਅਤੇ ਮੀਂਹ, ਬੀਜ ਅਤੇ ਦਰੱਖਤ ਦੇ ਸੰਬੰਧਾਂ ਦੀ ਸਮਝ ਕੇਵਲ ਮਨੁੱਖ ਕੋਲ ਹੈ। ਇਹ ਸਮਝ ਹੀ ਵਿਗਿਆਨ ਦਾ ਆਧਾਰ ਬਣੀ ਹੈ। ਸਮਝ ਅਤੇ ਸੋਚ ਨਾਲ ਮਨੁੱਖ ਨੇ ਜੀਵ ਜੰਤੂਆਂ ਨੂੰ ਲਾਭਕਾਰੀ ਅਤੇ ਹਾਨੀਕਾਰਕ ਵੰਨਗੀਆਂ ਵਿੱਚ ਵੰਡਿਆ ਹੈ ਅਤੇ ਲਾਭਕਾਰੀ ਜੀਵਾਂ ਨੂੰ ਪਾਲਣਾ ਅਤੇ ਹਾਨੀਕਾਰਕ ਜੀਵਾਂ ਨੂੰ ਮਾਰਨਾ ਆਰੰਭ ਕੀਤਾ। ਸ਼ਿਕਾਰ ਯੁੱਗ ਦੌਰਾਨ ਜੀਵਨ ਝਰਨਿਆਂ, ਝੀਲਾਂ, ਦਰਿਆਵਾਂ, ਸਮੁੰਦਰਾਂ ਆਦਿ ਕਿਨਾਰੇ ਹੀ ਸੀ। ਮਨੁੱਖ ਨੇ ਧਰਤੀ ਹੇਠਲਾ ਪਾਣੀ ਲੱਭ ਕੇ ਖੂਹ ਰਾਹੀਂ ਪਿੰਡ ਦੀ ਕਲਪਨਾ ਕੀਤੀ ਅਤੇ ਝੀਲਾਂ, ਦਰਿਆਵਾਂ ਤੋਂ ਪਰੇ ਦੂਰ ਦੁਰਾਡਿਆਂ ਥਾਵਾਂ 'ਤੇ ਜਾਣਾ ਆਰੰਭਿਕ ਅਤੇ ਪਿੰਡ ਵਸਣੇ ਆਰੰਭ ਹੋਏ। ਮਨੁੱਖ ਨੇ ਅੱਗ ਬਾਲਣੀ ਸਿੱਖੀ ਅਤੇ ਘਰ ਦਾ ਸੰਕਲਪ ਉਸਰਿਆ। ਮਨੁੱਖ ਉਸ ਪਾਣੀ ਜਾਂ ਅੱਗ ਨੂੰ ਹੀ ਵਰਤ ਸਕਦਾ ਹੈ ਜਿਹੜੀ ਉਸਦੇ ਕਾਬੂ ਵਿੱਚ ਹੋਵੇ। ਹੜ੍ਹ ਦੇ ਪਾਣੀ ਜਾਂ ਜੰਗਲਾਂ ਦੀ ਅੱਗ ਤੋਂ ਲਾਭ ਨਹੀਂ ਉਠਾਇਆ ਜਾ ਸਕਦਾ। ਅੱਗ ਬਾਲਣ ਅਤੇ ਪਾਣੀ ਸਾਂਭਣ ਰਾਹੀਂ ਮਨੁੱਖ ਨੇ ਪ੍ਰਕਿਰਤਕ ਸ਼ਕਤੀਆਂ ਉੱਤੇ ਨਿਯੰਤਰਣ ਕਰਨਾ ਸਿੱਖਿਆ। ਕੁਦਰਤ ਨੇ ਹਰੇਕ ਜੀਵ ਜਾਤੀ ਲਈ ਖੁਰਾਕ ਨਿਰਧਾਰਿਤ ਕੀਤੀ ਹੋਈ ਹੈ। ਇਸ ਨੂੰ ਭੋਜਨ ਸੰਗਲੀ ਕਹਿੰਦੇ ਹਨ। ਗਊ ਘਾਹ ਖਾਂਦੀ ਹੈ, ਸ਼ੇਰ ਗਊ ਖਾਂਦਾ ਹੈ। ਸ਼ੇਰ ਭੁੱਖਾ ਮਰ ਜਾਵੇਗਾ ਪਰ ਘਾਹ ਨਹੀਂ ਖਾਵੇਗਾ। ਗਊ ਭੁੱਖੀ ਮਰ ਜਾਵੇਗੀ ਪਰ ਮਾਂਸ ਨਹੀਂ ਖਾਵੇਗੀ। 3 ਪ੍ਰਕਾਰ ਦੀ ਖੁਰਾਕ ਹੈ: ਬਨਸਪਤੀ, ਅਨਾਜ ਅਤੇ ਮਾਂਸ। ਜੀਵ ਜੰਤੂ ਤਾਂ ਹੀ ਜਿਉਂਦੇ ਰਹਿ ਸਕਦੇ ਹਨ ਜੇ ਉਹਨਾਂ ਨੂੰ ਨਿਰਧਾਰਿਤ ਖੁਰਾਕ ਮਿਲੇ, ਪਰ ਮਨੁੱਖ 3 ਪ੍ਰਕਾਰ ਦੀ ਖੁਰਾਕ ਖਾ ਸਕਦਾ ਹੈ। ਇਸ ਯੋਗਤਾ ਕਾਰਨ ਮਨੁੱਖ ਸਭਨੀ ਥਾਈਂ ਪਹਾੜਾਂ, ਮੈਦਾਨਾਂ,
ਰੇਗਿਸਤਾਨ ਆਦਿ ਵਿੱਚ ਰਹਿਣ ਯੋਗ ਹੋਇਆ ਹੈ। ਇਸੇ ਕਾਰਨ ਹੀ ਮਨੁੱਖ ਜਨਸੰਖਿਆ ਵਧੀ ਅਤੇ ਵੱਧ ਰਹੀ ਹੈ। ਆਪਣੀ ਬੁੱਧੀ ਨਾਲ ਮਨੁੱਖ ਨੇ ਆਪਣਾ ਮਾਪਣਾ, ਤੋਲਣਾ, ਗਿਣਨਾ ਸਿੱਖ ਕੇ ਆਲੇ ਦੁਆਲੇ ਨੂੰ ਕਾਬੂ ਕਰਨਾ ਅਤੇ ਵਸਤਾਂ ਸਰੋਤਾਂ ਨੂੰ ਸਾਂਭਣਾ ਵਰਤਣਾ ਸਿੱਖਿਆ। ਉਪਰੋਕਤ ਵੇਰਵਿਆਂ ਤੋਂ ਸਪਸ਼ਟ ਹੈ ਕਿ ਹੱਥਾਂ ਨੂੰ ਸੰਦਾਂ ਵਜੋਂ ਵਰਤਣਾ, ਸੰਦ ਸਿਰਜਣਾ, ਧਰਤੀ ਹੇਠਲਾ ਪਾਣੀ ਲੱਭਣਾ, ਅੱਗ ਬਾਲਣੀ ਸਿੱਖਣੀ, ਭੋਜਨ ਸੰਗਲੀ ਦਾ ਤੋੜਨਾ, ਕਾਰਜ ਦਾ ਸੰਬੰਧ ਸਮਝਣਾ, ਗਿਣਤੀ ਮਿਣਤੀ ਸਿੱਖਣੀ ਅਤੇ ਪਸ਼ੂ ਬਲ ਵਰਤਣਾ ਆਦਿ ਉਹ ਯੋਗਤਾਵਾਂ ਸ਼ਰਤਾਂ ਹਨ ਜਿਹੜੀਆਂ ਸ਼ਿਕਾਰ ਯੁੱਗ ਨੂੰ ਖੇਤੀਬਾੜੀ ਯੁੱਗ ਵਿੱਚ ਪਲਟ ਦਿੰਦੀਆਂ ਹਨ। ਖੇਤੀਬਾੜੀ ਵਾਲੇ ਸਮਾਜ ਵਿੱਚ ਜੀਵਨ ਦੇ ਟਿਕ ਜਾਣ ਨਾਲ ਸੰਚਾਰ ਲਈ ਸਾਂਝੀ ਬੋਲੀ ਦਾ ਨਿਰਮਾਣ ਹੁੰਦਾ ਹੈ। ਖੇਤੀਬਾੜੀ ਦੇ ਕੁਦਰਤੀ ਸ਼ਕਤੀਆਂ ਉੱਤੇ ਨਿਰਭਰ ਹੋਣ ਕਾਰਨ ਪਹਿਲਾਂ ਕੁਦਰਤ ਅਤੇ ਮਗਰੋਂ ਕਾਦਰ ਦੇ ਸੰਕਲਪ ਉਸਰਦੇ ਹਨ। ਜ਼ਮੀਨ ਅਤੇ ਫਸਲ ਨਾਲ ਜਾਇਦਾਦ ਦਾ ਵਿਚਾਰ ਉਪਜਦਾ ਹੈ ਅਤੇ ਜਾਇਦਾਦ ਲਈ ਵਾਰਿਸ ਉਪਜਾਉਣ ਵਾਸਤੇ ਵਿਆਹ ਦੀ ਪਰੰਪਰਾ ਸਥਾਪਿਤ ਹੁੰਦੀ ਹੈ। ਇਸਤਰੀ ਉੱਤੇ ਰੋਕਾਂ ਲੱਗਦੀਆਂ ਹਨ ਤਾਂ ਕਿ ਬੱਚੇ ਦੀ ਬਲਦੀਅਤ ਸੰਬੰਧੀ ਕੋਈ ਸੰਦੇਹ ਨਾ ਰਹੇ। ਜਾਇਦਾਦ ਦੇ ਆਧਾਰ ਉੱਤੇ ਦਰਜੇਬੰਦੀ ਜਾਂ ਜਾਤ ਪਾਤ ਉਪਜਦੀ ਹੈ। ਚੰਗੇ ਮਾੜੇ ਵਿਹਾਰ ਅਨੁਸਾਰ ਇਨਾਮ ਅਤੇ ਦੰਡ ਰਾਹੀਂ ਨਿਆਂ ਪ੍ਰਣਾਲੀ ਉਸਰਦੀ ਹੈ। ਮੌਸਮ ਅਤੇ ਚੌਗਿਰਦੇ ਅਨੁਸਾਰ ਲਿਬਾਸ, ਆਹਾਰ, ਵਿਹਾਰ ਆਦਿ ਨਿਰਧਾਰਿਤ ਹੁੰਦੇ ਹਨ। ਇਹਨਾਂ ਸਾਰੇ ਸੰਕਲਪਾਂ ਅਤੇ ਆਦਰਸ਼ਾਂ ਨੂੰ ਦ੍ਰਿੜ ਕਰਵਾਉਣ ਲਈ ਰਾਮਾਇਣ, ਮਹਾਭਾਰਤ ਜਿਹੇ ਗ੍ਰੰਥ ਉਪਜਦੇ ਹਨ ਜਿਨ੍ਹਾਂ ਰਾਹੀਂ ਸਮੁੱਚੇ ਜੀਵਨ ਵਿਹਾਰ ਨੂੰ ਨਿਰਧਾਰਿਤ ਕੀਤਾ ਜਾਂਦਾ ਹੈ। ਜਿਉਂ-ਜਿਉਂ ਮਨੁੱਖ ਸਮਰਥਾਵਾਨ ਹੁੰਦਾ ਗਿਆ ਹੈ ਤਿਉਂ-ਤਿਉਂ ਉਸਦੀ ਆਪਣੇ ਆਪ ਬਾਰੇ ਸੋਝੀ ਬਲਵਾਨ ਹੁੰਦੀ ਗਈ ਹੈ। ਇਸ ਨਾਲ ਮਨੁੱਖ ਵਿੱਚ ਆਪਣੀ ਯੋਗਤਾ ਵਿੱਚ ਵਿਸ਼ਵਾਸ ਵਧਿਆ ਹੈ ਜਿਹੜਾ ਮਨ, ਬੁੱਧੀ ਅਤੇ ਆਤਮਾ ਰਾਹੀਂ ਪ੍ਰਗਟ ਹੋਇਆ ਹੈ। ਮਨੁੱਖ ਨੇ ਖੇਤੀਬਾੜੀ ਯੁੱਗ ਵਿੱਚ ਆਪਣੀ ਆਤਮਾ ਦੀ ਗੱਲ ਕੀਤੀ ਅਤੇ ਕੁਦਰਤ ਨੂੰ ਧਰਮ ਆਤਮਾ ਕਹਿਣਾ ਆਰੰਭਿਆ। ਦੇਸ਼ ਕੋਈ ਹੋਵੇ, ਖੇਤੀਬਾੜੀ ਯੁੱਗ ਧਰਮ ਕੇਂਦਰਿਤ ਹੁੰਦਾ ਹੈ। ਧਰਮ ਦਾ ਸਭ ਤੋਂ ਵੱਡਾ ਯੋਗਦਾਨ ਆਦਰਸ਼ਵਾਦ ਨੂੰ ਸਥਾਪਿਤ ਕਰਨਾ ਅਤੇ ਆਤਮਾ ਅਤੇ ਪਰਮਾਤਮਾ ਦੇ ਸੰਕਲਪਾਂ ਦੀ ਸਿਰਜਣਾ ਹੈ। ਖੇਤੀਬਾੜੀ ਯੁੱਗ ਦਾ ਇੱਕ ਹੋਰ ਵਿਕਾਸੀ ਯੋਗਦਾਨ ਲਿਪੀ ਦਾ ਨਿਰਮਾਣ ਸੀ, ਜਿਸ ਨਾਲ ਸੁਨੇਹਾ ਦੇਣ ਲੈਣ ਵਾਲੇ ਦੋਹਾਂ ਵਿਅਕਤੀਆਂ ਦੇ ਆਮੋ ਸਾਹਮਣੇ ਹੋਣ ਅਤੇ ਸਭ ਕੁਝ ਯਾਦ ਰੱਖਣ ਦੀ ਮਜਬੂਰੀ ਤੋਂ ਮੁਕਤੀ ਮਿਲ ਗਈ। ਇਸ ਨਾਲ ਗਿਆਨ ਅਤੇ ਸੁਨੇਹਿਆਂ ਦੇ ਲਿਖਤੀ ਰੂਪ ਵਿੱਚ ਹੋਣ ਕਾਰਨ ਪ੍ਰਗਟਾਵੇ ਅਤੇ ਸਮਝ ਵਿੱਚ ਸੌਖ ਅਤੇ ਸਪਸ਼ਟਤਾ ਆ ਗਈ ਅਤੇ ਮਨੁੱਖ ਆਪਣੇ ਵਿਚਾਰਾਂ, ਅਨੁਭਵਾਂ ਆਦਿ ਨੂੰ ਲਿਖਤੀ ਰੂਪ ਵਿੱਚ ਸਾਂਭਣ ਦੇ ਯੋਗ ਹੋ ਗਿਆ ਅਤੇ ਇਵੇਂ ਗਿਆਨ ਦਾ ਜਨਮ ਹੋਇਆ। ਇਹੋ ਜਿਹਾ ਹੀ ਮਹੱਤਵਪੂਰਨ ਵਿਕਾਸ ਉਦਯੋਗਿਕ ਯੁੱਗ ਵਿੱਚ ਕਰੰਸੀ ਦਾ ਨਿਰਮਾਣ ਕਰਨਾ ਸੀ, ਜਿਸ ਨਾਲ ਵੇਚਣ ਅਤੇ ਖਰੀਦਣ ਵਾਲੇ ਦੋਹਾਂ ਵੱਲੋਂ ਬੋਝ ਚੁੱਕਣ ਦੇ ਪੱਖੋਂ ਇੱਕ ਨੂੰ ਮੁਕਤੀ ਮਿਲ ਗਈ ਅਤੇ ਖਰੀਦਣਾ ਵੇਚਣਾ ਸੁਖਾਲਾ ਹੋ ਗਿਆ ਅਤੇ ਵਸਤਾਂ ਦੇ ਬਦਲੇ ਵਸਤਾਂ ਦੇ ਵਟਾਂਦਰੇ ਦੀ ਥਾਂ ਚੀਜ਼ਾਂ ਨੂੰ ਧਨ ਨਾਲ, ਧਨ ਨੂੰ ਚੀਜ਼ਾਂ ਨਾਲ ਵਟਾਇਆ ਜਾਣ ਲੱਗਿਆ। ਮਨੁੱਖੀ ਸਮਾਜ ਦੇ ਲੰਮੇ ਪ੍ਰਵਾਹ ਵਿੱਚ ਤਿੰਨ ਮਹਾਨ ਵਟਾਂਦਰੇ ਵਾਪਰਦੇ ਹਨ: ਇਸਤਰੀਆਂ ਦਾ ਵਟਾਂਦਰਾ, ਵਸਤਾਂ ਦਾ ਵਟਾਂਦਰਾ ਅਤੇ ਸੁਨੇਹਿਆਂ ਦਾ ਵਟਾਂਦਰਾ। ਸ਼ਿਕਾਰ ਯੁੱਗ ਵਿੱਚ ਮੁਟਿਆਰ ਨੂੰ ਹਥਿਆਉਣ ਲਈ ਲੜਾਈ ਹੁੰਦੀ ਸੀ, ਜਿਸ ਦਾ ਹੱਲ ਖੇਤੀਬਾੜੀ ਯੁੱਗ ਵਿੱਚ ਧੀਆਂ ਦੇ ਵਟਾਂਦਰੇ ਰਾਹੀਂ ਅਰਥਾਤ ਧੀਆਂ ਤੋਰਨ ਅਤੇ ਨੂੰਹਾਂ ਲਿਆਉਣ ਰਾਹੀਂ ਕੀਤਾ ਗਿਆ। ਵਟਾਂਦਰੇ ਦੀ ਇਸ ਰੀਤ ਨਾਲ ਸਮਾਜ ਵਿੱਚ ਹਿੰਸਾ ਘਟੀ। ਅਜਿਹੇ ਵਟਾਂਦਰੇ ਨਾਲ ਹੀ ਸਮੁੱਚਾ ਰਿਸ਼ਤਾ ਨਾਤਾ ਪ੍ਰਬੰਧ ਹੋਂਦ ਵਿੱਚ ਆਉਂਦਾ ਹੈ ਅਤੇ ਹਰ ਰਿਸ਼ਤੇ ਦੇ ਕਰਤੱਵ ਅਤੇ ਅਧਿਕਾਰ ਨਿਸ਼ਚਿਤ ਹੁੰਦੇ ਹਨ। ਖੁਸ਼ਹਾਲ ਅਤੇ ਸੱਭਿਅਕ ਸਮਾਜਾਂ ਵਿੱਚ ਇਹ ਵਟਾਂਦਰਾ ਸੁਖਾਵਾਂ ਅਤੇ ਰਸਮਾਂ, ਰੀਤੀ ਸ਼ਗਨਾਂ ਨਾਲ ਪੂਰਾ ਕੀਤਾ ਜਾਣ ਵਾਲਾ ਹੁੰਦਾ ਹੈ। ਸਭਨੀ ਥਾਈਂ ਇਸ ਵਟਾਂਦਰੇ ਉੱਤੇ ਧਰਮ ਨੇ ਪ੍ਰਵਾਨਗੀ ਦੀ ਮੋਹਰ ਲਾ ਕੇ ਇਸ ਨੂੰ ਸਮਾਜ ਵਿੱਚ ਸਨਮਾਨਿਤ ਅਤੇ ਪਵਿੱਤਰ ਬਣਾ ਦਿੱਤਾ।
ਦੂਜਾ ਮਹਾਨ ਵਟਾਂਦਰਾ ਵਸਤਾਂ ਦਾ ਹੈ, ਜਿਸ ਨਾਲ ਸਾਰੇ ਕੰਮ ਧੰਦੇ ਅਤੇ ਲੈਣ ਦੇਣ ਹੋਂਦ ਵਿੱਚ ਆਉਂਦੇ ਹਨ ਅਤੇ ਵਪਾਰਕ ਬਿਰਤੀ ਉਪਜਦੀ ਹੈ। ਧਰਮ ਵਾਂਗ ਵਪਾਰ ਵੀ ਮਨੁੱਖ ਦੇ ਨੈਤਿਕ ਅਨੈਤਿਕ ਵਿਹਾਰ ਦੇ ਮਾਪ ਤੋਲ ਨਿਰਧਾਰਿਤ ਕਰਦਾ ਹੈ। ਉਦਾਹਰਨ ਵਜੋਂ ਆਪਣੇ ਹੱਕ ਨਾਲੋਂ ਵੱਧ ਲੈਣ ਵਾਲੇ ਨੂੰ ਸਵਾਰਥੀ, ਭ੍ਰਿਸ਼ਟ ਅਤੇ ਨੀਚ ਕਿਹਾ ਜਾਣ ਲੱਗਿਆ ਅਤੇ ਯੋਗ ਹਿੱਸਾ ਲੈਣ ਵਾਲਾ ਸਾਊ ਅਤੇ ਇਮਾਨਦਾਰ ਕਹਾਉਣ ਲੱਗਿਆ। ਤੀਜਾ ਮੁੱਖ ਵਟਾਂਦਰਾ ਸੁਨੇਹਿਆਂ ਦਾ ਸੀ। ਅਸੀਂ ਜਿਤਨਾ ਚਿਰ ਜਾਗਦੇ ਹਾਂ, ਸੁਨੇਹੇ ਦਿੰਦੇ ਲੈਂਦੇ ਖਰੀਦਦੇ ਵੇਚਦੇ ਰਹਿੰਦੇ ਹਾਂ। ਸਿੱਖਿਆ ਅਤੇ ਸਾਹਿਤ ਸੁਨੇਹਿਆਂ ਦੀਆਂ ਵੰਨਗੀਆਂ ਹਨ। ਇਹਨਾਂ ਵਟਾਂਦਰਿਆਂ ਨਾਲ ਸਮਾਜ ਦਾ ਆਕਾਰ ਵੱਡਾ ਹੁੰਦਾ ਕੌਮ ਅਤੇ ਦੇਸ਼ ਦੇ ਸੰਕਲਪਾਂ ਵਿੱਚ ਪ੍ਰਗਟ ਹੋਇਆ ਹੈ। ਮਨੁੱਖੀ ਸਮਾਜ ਦੀ ਉਸਾਰੀ ਵਿਅਕਤੀਗਤ ਤਾਂਘਾਂ ਉਮੰਗਾਂ ਨੂੰ ਕੁਚਲ ਕੇ ਹੋਈ ਹੈ। ਸਭ ਤੋਂ ਵੱਧ ਰੋਕਾਂ ਮਨੁੱਖ ਦੀ ਕਾਮ ਇੱਛਾ ਦੀ ਤ੍ਰਿਪਤੀ ਉੱਤੇ ਲੱਗੀਆਂ ਹਨ। ਕਾਮ ਊਰਜਾ ਨੂੰ ਸਿਰਜਣਾਤਮਕ ਉਦੇਸ਼ਾਂ ਲਈ ਵਰਤਣ ਵਾਸਤੇ ਵੱਖ-ਵੱਖ ਕਲਾਵਾਂ ਦਾ ਵਿਕਾਸ ਆਰੰਭ ਹੋਇਆ ਅਤੇ ਕੁਰਬਾਨੀ, ਦੇਸ਼ ਭਗਤੀ, ਤਿਆਗ, ਸ਼ਹੀਦੀ ਆਦਿ ਦੇ ਉੱਚੇ ਟੀਚੇ ਨਿਸ਼ਾਨੇ ਮਿੱਥੇ ਗਏ। ਉਂਝ ਤਾਂ ਹਰ ਸਮਾਜ ਵਿਚਲੇ ਬਹੁਤੇ ਲੋਕ ਸਮਾਜਿਕ ਨੇਮਾਂ ਬੰਧਨਾਂ ਨੂੰ ਸਵੀਕਾਰ ਕਰ ਲੈਂਦੇ ਹਨ, ਪਰ ਕੁਝ ਵਿਅਕਤੀ ਸਮਾਜ ਨੂੰ ਆਪਣੇ ਢੰਗ ਨਾਲ ਬਦਲਣ ਦਾ ਉਪਰਾਲਾ ਕਰਦੇ ਹਨ। ਖੇਤੀਬਾੜੀ ਸਮਾਜ ਵਿੱਚ ਵਿਆਹ ਪ੍ਰਵਾਨ ਹੈ ਪਰ ਇਸ਼ਕ ਪ੍ਰਵਾਨ ਨਹੀਂ। ਪਰ ਜਿਹੜੇ ਕਿਸੇ ਪਰੰਪਰਾ ਨੂੰ ਰਾਂਝੇ ਜਾਂ ਮਨਸੂਰ ਵਾਂਗ ਤੋੜਦੇ ਹਨ, ਉਹ ਬਾਗੀ ਅਖਵਾਉਂਦੇ ਹਨ। ਹਰ ਸਮਾਜ ਵਿੱਚ ਬਾਗੀ ਉਪਜਦੇ ਹਨ, ਜਿਨ੍ਹਾਂ ਨੂੰ ਗੁਰੂ, ਸੰਤ, ਫਕੀਰ, ਪ੍ਰੇਮੀ, ਯੋਧੇ ਆਦਿ ਕਿਹਾ ਜਾਂਦਾ ਹੈ। ਆਪਣੇ ਆਦਰਸ਼ਾਂ ਲਈ ਸਿਰ ਧੜ ਦੀ ਬਾਜੀ ਲਾਉਣ ਕਾਰਨ ਬਾਗੀ ਸਮਾਜ ਦੇ ਨਾਇਕ ਅਖਵਾਉਂਦੇ ਹਨ। ਖੇਤੀਬਾੜੀ ਯੁੱਗ ਵਿੱਚ ਹੀ ਮਨੁੱਖ ਅੰਦਰ ਕੁਦਰਤੀ ਵਰਤਾਰਿਆਂ ਨੂੰ ਸਮਝਣ ਦੀ ਜਗਿਆਸਾ ਜਾਗੀ। ਇਸ ਪੱਖੋਂ ਜ਼ਨਾਨ ਦਾ ਯੋਗਦਾਨ ਮਹੱਤਵਪੂਰਨ ਹੈ। ਜ਼ਨਾਨ ਨੇ ਕੁਦਰਤ ਦੇ ਨਿਯਮਾਂ ਦੀ ਤਰਕ ਆਧਾਰਿਤ ਸਮਝ ਵਿੱਚੋਂ ਫਲਸਫਾ ਉਸਾਰਿਆ, ਜਿਸ ਵਿੱਚੋਂ ਮਗਰੋਂ ਵਿਗਿਆਨ ਉਪਜਿਆ। ਭਾਰਤ ਦਾ ਮੁੱਖ ਯੋਗਦਾਨ ਧਰਮ ਦੇ ਖੇਤਰ ਵਿੱਚ ਰਿਹਾ ਹੈ। ਪਹੀਆ ਵਿਗਿਆਨਕ ਪੱਖੋਂ ਮਨੁੱਖ ਦੀ ਪਹਿਲੀ ਵੱਡੀ ਕਾਢ ਹੈ। ਪ੍ਰਕਿਰਤੀ ਦੇ ਸਰਵ ਵਿਆਪੀ ਨੇਮ ਲੱਭ ਕੇ ਮਨੁੱਖ ਨੇ ਮਸ਼ੀਨ ਦਾ ਮਕਾਨਕੀ ਊਰਜਾ ਦਾ ਨਿਰਮਾਣ ਕੀਤਾ ਹੈ। ਮਸ਼ੀਨ ਉਦਯੋਗਿਕ ਯੁੱਗ ਦਾ ਆਧਾਰ ਹੈ ਅਤੇ ਬਿਜਲੀ ਮਸ਼ੀਨ ਨੂੰ ਚਲਾਉਣ ਵਾਲੀ ਊਰਜਾ ਹੈ। ਮਨੁੱਖ ਨੂੰ ਆਜ਼ਾਦ ਸੁਤੰਤਰਤਾ ਅੰਦੋਲਨਾਂ ਨੇ ਨਹੀਂ, ਬਿਜਲੀ ਨੇ ਅਤੇ ਹੋਰ ਵਿਗਿਆਨਕ ਕਾਢਾਂ ਨੇ ਕਰਵਾਇਆ ਹੈ। ਆਧੁਨਿਕ ਯੁੱਗ ਦੇ ਪੱਖੋਂ ਛਾਪੇਖਾਨੇ ਦੀ ਮਸ਼ੀਨ ਨੇ ਸੰਸਾਰ ਦੇ ਹਰ ਕੋਨੇ ਵਿੱਚ ਮਨੁੱਖੀ ਵਿਕਾਸ ਅਤੇ ਆਰਥਿਕ ਖੁਸ਼ਹਾਲੀ ਦਾ ਰਾਹ ਖੋਲ੍ਹਿਆ ਹੈ। ਛਾਪੇਖਾਨੇ ਨੇ ਗਿਆਨ ਨੇ ਵਿਗਿਆਨ ਅਤੇ ਵਿਗਿਆਨ ਨੇ ਉਦਯੋਗ ਸੰਭਵ ਬਣਾਏ। ਉਦਯੋਗਾਂ ਨਾਲ ਸ਼ਹਿਰ ਬਸੇ। ਸ਼ਹਿਰਾਂ ਵਿੱਚ ਨਵੇਂ ਧੰਦਿਆਂ ਨੇ ਜਾਤ-ਪਾਤ ਤੋੜੀ। ਨਵੇਂ ਆਰਥਿਕ, ਰਾਜਨੀਤਿਕ, ਸਮਾਜਿਕ ਸੰਬੰਧਾਂ ਅਤੇ ਰਿਸ਼ਤੇ ਉਸਰੇ। ਨਵੀਂ ਸ਼ਬਦਾਵਲੀ ਉਪਜੀ। ਵਾਰਤਕ ਨੇ ਕਵਿਤਾ ਦੀ ਥਾਂ ਲਈ, ਭਾਵਕਤਾ ਦੀ ਥਾਂ ਬੁੱਧੀ, ਜਾਤ ਦੀ ਥਾਂ ਜਮਾਤ, ਧਰਮ ਦੀ ਥਾਂ ਵਿਗਿਆਨ, ਮੰਦਰ ਮਸਜਿਦ ਦੀ ਥਾਂ ਮਾਰਕੀਟ ਅਤੇ ਸਾਮੰਤਵਾਦ ਦੀ ਥਾਂ ਲੋਕਤੰਤਰ ਨੇ ਲਈ। ਇਹਨਾਂ ਤਬਦੀਲੀਆਂ ਨਾਲ ਮਨੁੱਖ ਦਾ ਅਨੁਭਵ ਘੇਰਾ ਵਿਸ਼ਵ ਵਿਆਪੀ ਹੋ ਗਿਆ ਹੈ। ਮਨੁੱਖ ਦੀ ਥਕਾਵਟ ਨੂੰ ਮਸ਼ੀਨ ਨੇ ਘਟਾਇਆ ਹੈ ਅਤੇ ਮਸ਼ੀਨ ਦੀ ਵਰਤੋਂ ਨਾਲ ਮਨੁੱਖ ਦੀ ਆਮਦਨ ਵਧੀ ਹੈ। ਸਾਰੀਆਂ ਮਸ਼ੀਨਾਂ ਮਨੁੱਖ ਦੀਆਂ ਸਰੀਰਕ ਕਿਰਿਆਵਾਂ ਦੇ ਬਦਲ ਹਨ। ਕੰਪਿਊਟਰ ਨਵੀਂ ਮਸ਼ੀਨ ਹੈ ਜਿਹੜੀ ਮਨੁੱਖ ਦੀਆਂ ਬੌਧਿਕ ਕਿਰਿਆਵਾਂ ਦਾ ਬਦਲ ਹੈ, ਕਿਉਂਕਿ ਇਸ ਨੇ ਮਨੁੱਖ ਦੀ ਯਾਦ ਰੱਖਣ, ਗਿਣਨ, ਸੂਚਨਾ ਨੂੰ ਨੇਮਬੰਦ ਕਰਨ ਦੀ ਜ਼ਿੰਮੇਵਾਰੀ ਲੈ ਲਈ ਹੈ। ਹਰ ਨਵੀਂ ਕਾਢ ਪਹਿਲੀਆਂ ਘੱਟੋ ਘੱਟ 2 ਕਾਢਾਂ ਦਾ ਬਦਲ ਬਣਦੀ ਹੈ, ਜਿਵੇਂ ਬਾਲ ਪੈਨ, ਪੈਨਸਿਲ ਅਤੇ ਪੈਨ ਦਾ ਬਦਲ ਹੈ। ਪਲਾਸਟਿਕ, ਲੋਹਾ ਅਤੇ ਲੱਕੜ ਦਾ ਬਦਲ ਹੈ।
ਅਤੇ ਟੈਲੀਵਿਜ਼ਨ, ਰੇਡੀਓ ਅਤੇ ਸਿਨੇਮੇ ਦਾ ਬਦਲ ਹੈ। ਕੰਪਿਊਟਰ ਮਨੁੱਖ ਦੀ ਗਿਣਤੀ, ਮਿਣਤੀ ਕਰਨ ਅਤੇ ਯਾਦ ਰੱਖਣ ਦੀ ਯੋਗਤਾ ਦਾ ਬਦਲ ਹੈ। ਮਨੁੱਖੀ ਇਤਿਹਾਸ ਵਿੱਚ ਪਹਿਲੀ ਵਾਰ ਗਿਣਤੀ ਮਿਣਤੀ ਮਨੁੱਖੀ ਦਿਮਾਗ ਤੋਂ ਬਾਹਰ ਕੀਤੀ ਜਾ ਰਹੀ ਹੈ। ਇਸ ਨਾਲ ਮਨੁੱਖ ਦੀ ਸਿਰਜਣਾਤਮਕ ਸ਼ਕਤੀ ਵਧੀ ਹੈ। ਇਸੇ ਸ਼ਕਤੀ ਨਾਲ ਮਨੁੱਖ ਪੁਲਾੜਾਂ ਨੂੰ ਫਰੋਲ ਰਿਹਾ ਹੈ। 19ਵੀਂ ਸਦੀ ਦੇ ਅੰਤ ਉੱਤੇ ਸਾਡੇ ਕੋਲ ਸੂਚਨਾ ਦੇ ਸਰੋਤ ਵਜੋਂ ਕੇਵਲ ਸਮਾਚਾਰ ਪੱਤਰ ਸਨ। ਫਿਰ 20 ਸਾਲ ਮਗਰੋਂ ਪਹਿਲਾਂ ਸਿਨੇਮਾ, ਫਿਰ ਰੇਡੀਓ, ਫਿਰ ਟੈਲੀਵਿਜ਼ਨ, ਫਿਰ ਕੰਪਿਊਟਰ, ਫਿਰ ਮੋਬਾਈਲ ਫੋਨ ਆਦਿ ਹੋਂਦ ਵਿੱਚ ਆਏ। ਤਕਨਾਲੋਜੀ ਰਾਹੀਂ ਇਹ ਵਿਕਾਸ ਜਾਰੀ ਹੈ। ਹੁਣ ਤਾਂ ਮਨੁੱਖ ਕੋਲ ਸਾਧਨ ਹੀ ਇਤਨੇ ਹਨ ਕਿ ਕੋਈ ਸਮੱਸਿਆ ਜਾਂ ਮੁਸ਼ਕਿਲ ਉਸ ਅੱਗੇ ਟਿਕ ਹੀ ਨਹੀਂ ਸਕਦੀ। ਜਦੋਂ ਨਵੀਂ ਤਕਨਾਲੋਜੀ ਉਪਜਦੀ ਹੈ ਤਾਂ ਜੀਵਨ ਦਾ ਹਰ ਖੇਤਰ ਪ੍ਰਭਾਵਿਤ ਹੁੰਦਾ ਹੈ। ਤਕਨਾਲੋਜੀ ਨੇ ਹਰ ਵਰਤਾਰੇ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ ਅਤੇ ਜੀਵਨ ਦੇ ਹਰ ਖੇਤਰ ਵਿੱਚ ਵੰਨ-ਸੁਵੰਨਤਾ ਆਈ ਹੈ। ਮਨੁੱਖੀ ਰਿਸ਼ਤਿਆਂ ਵਿੱਚ ਵੀ ਵੰਨ-ਸੁਵੰਨਤਾ ਆਈ ਹੈ। ਹੁਣ ਵੰਨ-ਸੁਵੰਨਤਾ ਦੇ ਇਸ ਨਵੇਂ ਨੇਮ ਕਾਰਨ ਵੰਨ-ਸੁਵੰਨੇ ਅਨੁਭਵਾਂ ਲਈ ਹਰ ਪੁਰਸ਼ ਕਈ ਇਸਤਰੀਆਂ ਅਤੇ ਹਰ ਇਸਤਰੀ ਕਈ ਪੁਰਸ਼ਾਂ ਦੇ ਸੰਪਰਕ ਵਿੱਚ ਆਵੇਗੀ। ਗਹਿਣਿਆਂ, ਭੋਜਨਾਂ, ਕੰਮਾਂ, ਧੰਦਿਆਂ, ਕੱਪੜਿਆਂ, ਕਾਰਾਂ, ਘੜੀਆਂ ਆਦਿ ਹਰ ਖੇਤਰ ਵਿੱਚ ਰੰਗੀਨੀ ਅਤੇ ਵੰਨ-ਸੁਵੰਨਤਾ ਪ੍ਰਤੱਖ ਹੈ। ਬਹੁਤਾਤ ਅਜੋਕੇ ਯੁੱਗ ਦਾ ਇੱਕ ਹੋਰ ਲੱਛਣ ਹੈ। ਵਿਗਿਆਨ ਵਿੱਚ ਨਵੇਂ ਦੀ ਮਹਿਮਾ ਹੈ। ਧਰਮ ਵਿੱਚ ਪੁਰਾਤਨ ਦੀ ਪੂਜਾ ਹੈ। ਨਿਰਸੰਦੇਹ ਉਪਰੋਕਤ ਦੇ ਨਾਲ ਨਾਲ ਸ਼ੋਰ ਸ਼ਰਾਬਾ, ਹਾਦਸੇ, ਰੋਗ, ਝਗੜੇ, ਬੇਈਮਾਨੀ, ਨਫ਼ਰਤਾਂ, ਮੁਕੱਦਮੇਬਾਜ਼ੀ, ਈਰਖਾ, ਗੁੱਸਾ, ਆਤਮਘਾਤ, ਤਲਾਕ ਆਦਿ ਵੀ ਵਧੇ ਹਨ। ਸਮਝਣ ਵਾਲੀ ਗੱਲ ਇਹ ਹੈ ਕਿ ਜੇ ਇੱਕ ਚੀਜ਼ ਵਧੇਗੀ ਤਾਂ ਉਸ ਦੀ ਵਿਰੋਧੀ ਚੀਜ਼ ਵੀ ਵਧੇਗੀ। ਜਿਹੜਾ ਸਮਾਜ ਸਭ ਤੋਂ ਵੱਧ ਨੋਬੇਲ ਵਿਜੇਤਾ ਪੈਦਾ ਕਰੇਗਾ, ਉਹੀ ਸਮਾਜ ਸਭ ਤੋਂ ਵੱਡੇ ਮੁਜਰਮ ਅਤੇ ਧੱਕੜ ਵੀ ਪੈਦਾ ਕਰੇਗਾ। ਹੁਣ ਕੇਵਲ ਖੇਤੀ ਆਧਾਰਿਤ ਧੰਦਿਆਂ ਵਾਲੇ ਪੇਂਡੂ ਸਮਾਜ ਵਿੱਚ ਵਿਕਾਸ ਸੰਭਵ ਨਹੀਂ। ਪੇਂਡੂ ਸਮਾਜ ਵਿੱਚ ਹੁਣ ਇਸਤਰੀ ਦਾ ਤਾਂ ਕਿ ਪੁਰਸ਼ ਦਾ ਵੀ ਵਿਕਾਸ ਸੰਭਵ ਨਹੀਂ। ਭਾਰਤ ਦੇ ਪਿੰਡਾਂ ਦੀ 3/4 ਵਸੋਂ ਨੂੰ ਵਿਕਾਸ ਕਰਨ ਵਾਸਤੇ ਪਿੰਡ ਵਿੱਚ ਸ਼ਹਿਰ ਲਿਆਉਣਾ ਪਵੇਗਾ। ਵਿਕਾਸ ਅਤੇ ਖੁਸ਼ਹਾਲੀ ਇਸ ਗੱਲ ਤੋਂ ਮਾਪੀ ਜਾਂਦੀ ਹੈ ਕਿ ਤੁਸੀਂ ਪ੍ਰਾਂਤ ਜਾਂ ਦੇਸ਼ ਜਾਂ ਵਿਸ਼ਵ ਦੀ ਰਾਜਧਾਨੀ ਵੱਲ ਕਿਤਨਾ ਵੱਧਦੇ ਹੋ। ਪੱਕੇ ਤੌਰ 'ਤੇ ਜੇ ਰਾਜਧਾਨੀ ਵੱਲ ਨਹੀਂ ਵੱਧ ਸਕਦੇ ਤਾਂ ਪੜ੍ਹਨ ਲਈ ਰਾਜਧਾਨੀ ਵੱਲ ਜਾਓ। ਜੇ ਇਹ ਵੀ ਸੰਭਵ ਨਹੀਂ ਤਾਂ ਆਪਣੇ ਬੱਚੇ ਰਾਜਧਾਨੀ ਵਿੱਚ ਵਿਆਹੋ। ਉਚੇਰੀ ਸਿੱਖਿਆ ਅਤੇ ਵੱਡੇ ਵਪਾਰ ਦੇ ਅਵਸਰ ਸ਼ਹਿਰਾਂ ਵਿੱਚ ਹੀ ਹਨ, ਸੋ ਖੁਸ਼ਹਾਲੀ ਵੀ ਸ਼ਹਿਰਾਂ ਵਿੱਚ ਹੋਵੇਗੀ। ਸਿੱਖਿਆ ਤੋਂ ਬਿਨਾਂ ਪ੍ਰਜਾਤੰਤਰ ਦੇ ਕੋਈ ਅਰਥ ਨਹੀਂ। ਜਿਉਂ-ਜਿਉਂ ਸਿੱਖਿਆ ਫੈਲੇਗੀ ਤਿਉਂ-ਤਿਉਂ ਪ੍ਰਜਾਤੰਤਰ ਬਲਵਾਨ ਹੋਵੇਗਾ। ਜੀਵਨ ਦਾ ਪੱਧਰ ਉੱਚਾ ਹੋਵੇਗਾ। ਸਰਕਾਰਾਂ ਵਧੇਰੇ ਜ਼ਿੰਮੇਵਾਰ ਹੋਣਗੀਆਂ। ਪ੍ਰਜਾਤੰਤਰ ਦੇ ਫੈਲਣ ਨਾਲ ਯੁੱਧ ਘਟਦੇ ਹਨ ਕਿਉਂਕਿ ਪ੍ਰਜਾਤੰਤਰ ਆਪਸ ਵਿੱਚ ਨਹੀਂ ਲੜਦੇ। ਲੋਕਾਂ ਦੀਆਂ ਚੁਣੀਆਂ ਸਰਕਾਰਾਂ ਵਧੇਰੇ ਜ਼ਿੰਮੇਵਾਰ ਹੁੰਦੀਆਂ ਹਨ, ਸੋ ਪ੍ਰਜਾਤੰਤਰ ਵਿੱਚ ਕਾਲ ਵੀ ਨਹੀਂ ਪੈਂਦੇ। ਯੂਰਪ ਦੇ ਦੇਸ਼ ਗਵਾਹ ਹਨ ਕਿ ਪ੍ਰਜਾਤੰਤਰ ਵਿੱਚ ਪਰਿਵਰਤਨ ਸਹਿਜ ਗਤੀ ਨਾਲ ਖੂਨ ਖਰਾਬੇ ਤੋਂ ਬਿਨਾਂ ਵਾਪਰਦੇ ਹਨ। ਆਤੰਕਵਾਦ ਦਾ ਸਾਹਮਣਾ ਵੀ ਪ੍ਰਜਾਤੰਤਰ ਹੀ ਕਰ ਸਕੇਗਾ। ਆਤੰਕਵਾਦ ਵਾਸਤਵ ਵਿੱਚ ਸੰਮਤੀ ਧਰਮ ਕੇਂਦਰੀ ਸਮਾਜਾਂ ਦੇ ਆਧੁਨਿਕ ਵਿਗਿਆਨ ਕੇਂਦਰੀ ਸਮਾਜਾਂ ਵਿੱਚ ਤਬਦੀਲ ਹੋਣ ਦੀਆਂ ਪ੍ਰਸੂਤ ਪੀੜਾਂ ਹਨ। ਵਿਸ਼ਵੀਕਰਨ ਅਜੋਕਾ ਵਰਤਾਰਾ ਨਹੀਂ, ਇਹ ਵਿਗਿਆਨ ਦੇ ਵਿਕਾਸ ਨਾਲ ਸੈਂਕੜੇ ਸਾਲਾਂ ਤੋਂ ਚੱਲ ਰਿਹਾ ਹੈ। ਪਰ ਹੁਣ ਤਕਨਾਲੋਜੀ ਨੇ ਇਸ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਹੁਣ ਅਜੋਕੀਆਂ ਸਮੱਸਿਆਵਾਂ ਬਾਰੇ ਸੰਸਾਰ ਦੀਆਂ ਸਮੱਸਿਆਵਾਂ ਹਨ, ਸੋ ਹੁਣ ਸੰਸਾਰ ਤੋਂ ਅਲੱਗ ਹੋ ਕੇ ਨਹੀਂ ਰਿਹਾ ਜਾ ਸਕਦਾ, ਕਿਉਂਕਿ ਅਲੱਗ ਹੋ ਕੇ ਅਸੀਂ ਆਪਣੇ ਲਈ ਰੁਕਾਵਟਾਂ ਅਤੇ ਮੁਸ਼ਕਲਾਂ ਹੀ ਉਪਜਾਵਾਂਗੇ। ਦਰਿਆ ਦਾ ਉਹੀ ਪਾਣੀ ਸਾਗਰ ਤੱਕ ਅੱਪੜਦਾ ਹੈ
ਜਿਹੜਾ ਦਰਿਆ ਦੀ ਮੁੱਖ ਧਾਰਾ ਵਿੱਚੋਂ ਹੁੰਦਾ ਹੈ। ਸੋ ਲੋੜ ਹੈ ਕਿ ਅਸੀਂ ਸੰਸਾਰ ਦੀ ਮੁੱਖ ਧਾਰਾ ਵਿੱਚ ਹੋਈਏ। ਮਨੁੱਖ ਦਾ ਇਤਿਹਾਸ ਦੱਸਦਾ ਹੈ ਕਿ ਕੋਈ ਰੁਕਾਵਟ ਮਨੁੱਖ ਦੇ ਵਿਕਾਸ ਨੂੰ ਰੋਕ ਨਹੀਂ ਸਕੀ। ਇਵੇਂ ਲੱਗਦਾ ਹੈ ਜਿਵੇਂ ਅਜੋਕੇ ਯੁੱਗ ਵਿੱਚ ਦੁਰਘਟਨਾਵਾਂ ਅਤੇ ਸਮੱਸਿਆਵਾਂ ਵੱਧ ਗਈਆਂ ਹਨ। ਵਾਸਤਵ ਵਿੱਚ ਆਫਤਾਂ ਅਤੇ ਦੁਰਘਟਨਾਵਾਂ ਉਤਨੀਆਂ ਨਹੀਂ ਵਧੀਆਂ ਜਿਤਨੀ ਉਹਨਾਂ ਦੀ ਖਬਰਾਂ ਅਖਬਾਰਾਂ ਜਾਂ ਟੈਲੀਵਿਜ਼ਨਾਂ ਉੱਤੇ ਸਮਾਚਾਰ ਦੇ ਰੂਪ ਵਿੱਚ ਪੇਸ਼ਕਾਰੀ ਵੱਧ ਗਈ ਹੈ। ਕਈ ਨਿਰਾਸ਼ਵਾਦੀ ਕਹਿੰਦੇ ਸੁਣੇ ਗਏ ਹਨ ਕਿ ਪਰਲੋ ਆਉਣ ਵਾਲੀ ਹੈ, ਉਪਜਾਊ ਧਰਤੀ ਰੇਗਿਸਤਾਨ ਬਣਨ ਵਾਲੀ ਹੈ, ਮਨੁੱਖੀ ਨਸਲ ਦਾ ਵਿਨਾਸ਼ ਹੋਣ ਵਾਲਾ ਹੈ, ਅਗਲੇ ਯੁੱਧ ਨਾਲ ਸਭ ਕੁਝ ਮੁੱਕਣ ਵਾਲਾ ਹੈ। ਇਹੀ ਲੋਕ ਕੁਝ ਦਹਾਕੇ ਪਹਿਲਾਂ ਕਹਿੰਦੇ ਸਨ ਧਰਤੀ ਠੰਡੀ ਹੋ ਰਹੀ ਹੈ, ਹੁਣ ਕਹਿ ਰਹੇ ਹਨ ਧਰਤੀ ਗਰਮ ਹੋ ਰਹੀ ਹੈ। ਇਹ ਵੀ ਤਾਂ ਸੱਚ ਹੈ ਕਿ ਮਨੁੱਖ ਦੀ ਉਮਰ ਲੰਮੀ ਹੋਈ ਹੈ, ਬਿਮਾਰੀਆਂ ਦੇ ਇਲਾਜ ਲੱਭੇ ਗਏ ਹਨ, ਜੀਵਨ ਪਹਿਲੇ ਨਾਲੋਂ ਸੁਖਾਲਾ ਹੈ, ਆਵਾਜਾਈ ਦੇ ਸਾਧਨ ਵਧੇ ਹਨ, ਪਰ ਨਿਰਾਸ਼ਵਾਦੀ ਆਪਣੀਆਂ ਅੱਖਾਂ ਬੰਦ ਕਰਕੇ ਭਵਿੱਖ ਦੇ ਹਨੇਰੇ ਹੋਣ ਦੀਆਂ ਹੀ ਗੱਲਾਂ ਕਰ ਰਹੇ ਹਨ। ਅਜੋਕੇ ਸਮੱਸਿਆਵਾਂ ਇਸ ਕਾਰਨ ਵੀ ਹਨ ਕਿ ਅੱਧਾ ਸੰਸਾਰ ਖੁਸ਼ਹਾਲ ਹੈ ਤੇ ਅੱਧਾ ਗਰੀਬ, ਅੱਧਾ ਪੜ੍ਹਿਆ ਲਿਖਿਆ ਹੈ, ਅੱਧਾ ਅਨਪੜ੍ਹ, ਅੱਧਾ ਅੰਧ ਵਿਸ਼ਵਾਸੀ ਹੈ, ਅੱਧਾ ਸੁਚੇਤ, ਅੱਧਾ ਪਿਛਾਂਹ ਖਿੱਚੂ ਹੈ, ਅੱਧਾ ਅਗਾਂਹ ਵਧੂ ਹੈ। ਪਰ ਇਹ ਵਖਰੇਵੇਂ ਹੁਣ ਬਹੁਤਾ ਚਿਰ ਨਹੀਂ ਰਹਿਣਗੇ, ਕਿਉਂਕਿ ਗਿਆਨ ਵਿਗਿਆਨ ਦੇ ਫੈਲਣ ਦੀਆਂ ਰੁਕਾਵਟਾਂ ਦੂਰ ਹੋ ਰਹੀਆਂ ਹਨ। ਹੁਣ ਸਾਰੇ ਸੰਸਾਰ ਦੇ ਵਿਕਾਸ ਵਿੱਚ ਦਿਲਚਸਪੀ ਹੈ। ਸੰਸਾਰ ਵਿੱਚ ਸਿੱਖਿਆ ਸਿਖਲਾਈ, ਖਾਣ ਪੀਣ, ਪਹਿਨਣ ਵਰਤਣ, ਕੰਮ ਧੰਦੇ ਆਦਿ ਇਕਸਾਰ ਹੁੰਦੇ ਜਾ ਰਹੇ ਹਨ। ਨਿਰਸੰਦੇਹ ਸਮੱਸਿਆਵਾਂ ਹਨ, ਪਰ ਸਮੱਸਿਆਵਾਂ ਹਰ ਯੁੱਗ ਵਿੱਚ ਜੀਵਨ ਦਾ ਭਾਗ ਰਹੀਆਂ ਹਨ। ਸਮੱਸਿਆਵਾਂ ਨੂੰ ਸੁਲਝਾਉਣਾ ਹੀ ਜੀਵਨ ਹੈ। ਸਮੱਸਿਆਵਾਂ ਸੁਲਝਾਉਣਾ ਹੁਣ ਕਰੋੜਾਂ ਲੋਕਾਂ ਦਾ ਰੁਜ਼ਗਾਰ ਹੈ। ਹੁਣ ਕਦਰ ਉਹਨਾਂ ਦੀ ਪਵੇਗੀ ਜਿਹੜੇ ਜ਼ਿੰਮੇਵਾਰੀ ਨਿਭਾਉਣਗੇ, ਕੰਮ ਦੀ ਪੱਧਰ ਸੁਧਾਰਨਗੇ, ਵਕਤ ਦਾ ਮੁੱਲ ਪਾਉਣਗੇ ਅਤੇ ਪਰਿਵਰਤਨ ਦੇ ਨਾਲ ਬਦਲਣਗੇ। ਸੁਸਤਾਂ, ਢਿੱਲਣਾਂ ਅਤੇ ਕਮਜ਼ੋਰਾਂ ਦਾ ਯੁੱਗ ਲੰਘ ਗਿਆ ਹੈ। ਲੋੜ ਜ਼ਿੰਮੇਵਾਰ ਅਤੇ ਆਸ਼ਾਵਾਦੀ ਹੋਣ ਦੀ ਹੈ। ਲੋੜ ਇਹ ਹੈ ਕਿ ਸਫਲਤਾ ਦੇ ਭਰੋਸੇ ਨਾਲ ਅੱਗੇ ਵਧਿਆ ਜਾਵੇ। ਧੰਨਵਾਦ।